ਅੱਜ ਸਾਰੇ ਸਾਡੇ ਪੰਜਾਬ ਦੇ ਵੱਖ-ਵੱਖ ਪਾਰਟੀਆਂ ਦੇ ਮੁਖੀ ਸਾਹਿਬਾਨ ਮੈਂਬਰ ਸਾਹਿਬਾਨ ਜੋ ਅੱਜ ਉਹਨਾਂ ਦੇ ਨਾਲ ਆਏ ਨੇ ਤੁਹਾਡਾ ਪਹਿਲਾਂ ਤਾਂ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਧੰਨਵਾਦੀ ਹਾਂ ਕਿ ਤੁਸੀਂ ਅੱਜ ਸਾਡੇ ਸੱਦੇ ਤੇ ਉਰੇ ਪਹੁੰਚੇ ਹੋ। ਇਹ ਮੇਰਾ ਸੱਦਾ ਨਹੀਂ, ਇਹ ਪੰਜਾਬ ਦਾ ਸੱਦਾ ਹੈ, ਇਹ ਪੰਜਾਬ ਦੇ ਲੋਕਾਂ ਦਾ ਸੱਦਾ ਹੈ, ਕਿਸਾਨੀ ਦਾ ਸੱਦਾ ਹੈ। ਔਰ ਮੈਂ ਸਮਝਦਾ ਸੀ ਕਿ ਅਸੀਂ ਸਾਰੇ ਜਦ ਤੋਂ ਇਹ ਗੱਲ ਦਿੱਲੀ ਦੇ ਵਿੱਚ ਪ੍ਰਫੁੱਲਤ ਹੋਈ ਹੈ ਕਿ ਆਪਾਂ ਬਹਿ ਕੇ ਇੱਕ ਵਾਰ ਇਹਦਾ ਸਾਂਝੇ ਤੌਰ ਤੇ ਇਹਦੀ ਗੱਲ ਇਹਨੂੰ ਦੇਖੀ ਔਰ ਫਿਰ ਜੋ ਕਦਮ ਆਪਾਂ ਨੇ ਚੱਕਣੇ ਇੱਕ ਅਗਰ ਆਪਾਂ ਇਕੱਠੇ ਹੋ ਕੇ ਚੱਕੀਏ ਉਹਦੀ ਤਾਕਤ ਬਣਦੀ ਹੈ। ਇਹ ਜਿਹੜੀਆਂ ਗੱਲਾਂ ਸੀਆਂ ਇਹਦਾ ਬੜਾ ਲੌਂਗ ਟਰਮ ਇਫੈਕਟ ਹੋਣਾ। ਦੇਖੋ ਜਦੋਂ ਸਰਕਾਰਾਂ ਫੈਸਲਾ ਕਰਦੀਆਂ ਨੇ ਕੁਝ ਅੱਜ ਕੁਝ ਲੱਗਦਾ ਹੈ ਹੁੰਦਾ ਕੁਝ ਹੈ ਅੱਗੇ ਨੂੰ ਜਾ ਕੇ ਕੁਝ ਹੋਰ ਹੋ ਜਾਂਦਾ ਹੈ। ਇਹ ਅਸੀਂ ਦੇਖਦੇ ਆਏ ਹਾਂ। ਯੂ ਨੋ ਦਾ ਵਾਟਰ ਇਸ਼ੂ ਕਿਸ ਤਰੀਕੇ ਨਾਲ ਉਛਲਿਆ ਐਂਡ ਚੱਲਦਾ ਰਿਹਾ। ਹੁਣ ਵੀ ਅਸੀਂ ਸੁਪਰੀਮ ਕੋਰਟ ਦੇ ਵਿੱਚ ਬੈਠੇ ਹਾਂ। ਮੈਨੂੰ ਯਾਦ ਹੈ ਉਹ ਦਿਨ ਜਿਹੜੇ ਤੁਸੀਂ ਵੀ ਜ਼ਿਕਰ ਕੀਤਾ ਸੀ ਕਿ ਅੱਜ ਤੋਂ 35 ਸਾਲ ਪਹਿਲਾਂ 1985 ਸੀ ਸ਼ਾਇਦ ਜਦ ਮੈਂ ਐਗਰੀਕਲਚਰ ਮਿਨਿਸਟਰ ਸੀ ਸਟੇਟ ਦਾ। ਆਈ ਥਿੰਕ ਸਰਦਾਰ ਤੋਤਾ ਸਿੰਘ ਜੀ ਹੈਗੇ ਨਾਲ ਬੈਠੇ ਥੋੜੇ ਉਹ ਸਾਡੇ ਮੰਡੀ ਬੋਰਡ ਦੇ ਚੇਅਰਮੈਨ ਸੀ। ਸੋ ਉਦੋਂ ਦੀ ਗੱਲ ਹੈ ਕਿ ਇਹ ਨਜ਼ਰ ਆ ਰਿਹਾ ਸੀ ਕਿ ਕੀ ਹੋਣਾ ਹੈ ਪੰਜਾਬ ਤੋਂ। 35 ਸਾਲ ਛੋਟਾ ਸਮਾਂ ਨਹੀਂ ਹੁੰਦਾ। ਸਾਨੂੰ ਉਦੋਂ ਦੇਖ ਰਿਹਾ ਸੀ ਕਿ ਪਾਣੀ ਆਪਣਾ ਜਾ ਰਿਹਾ ਹੈ। ਵਾਟਰ ਰਿਸੋਰਸ ਡਿਪਾਰਟਮੈਂਟ ਦੀ ਮੀਟਿੰਗਾਂ ਮੈਂ ਕਈ ਲਿੱਤੀਆਂ ਔਰ ਉਹਦੇ 'ਚ ਤਕਰੀਬਨ ਉਦੋਂ 117 ਬਲਾਕ ਹੁੰਦੇ ਸੀ ਔਰ ਉਹਦੇ 'ਚੋਂ 35 ਬਲਾਕ ਉਦੋਂ ਵੀ ਡਾਰਕ ਜ਼ੋਨ ਦੇ ਵਿੱਚ ਆਏ ਹੋਏ ਸੀ। ਸੋ ਅਸੀਂ ਉਦੋਂ ਫਿਰ ਸੋਚਿਆ ਕਿ ਵਾਟ ਇਜ਼ ਦ ਵੇ ਆਫ ਸੇਵਿੰਗ। ਅਸੀਂ ਵੀ ਮਾਈਕਰੋ ਇਰੀਗੇਸ਼ਨ ਦੇ ਵਿੱਚ ਪਈਏ, ਅਸੀਂ ਡ੍ਰਿਪ ਇਰੀਗੇਸ਼ਨ ਐਂਡ ਦੂਜਾ ਸਪ੍ਰਿੰਕਲਰ ਇਰੀਗੇਸ਼ਨ ਵਾਲਾ ਕਰੇ। ਉਹਦੇ ਨਾਲ ਹੀ ਅਸੀਂ ਜੋੜ ਦਿੱਤਾ ਕਿ ਕੋਈ ਫਸਲ ਦੇਖੋ ਜਿਹਦੇ ਨਾਲ ਆਮਦਨ ਕਿਸੇ ਕਿਸਾਨ ਦੀ ਵੱਧ ਸਕਦੀ ਹੈ। ਐਂਡ ਆਈ ਰਿਮੈਂਬਰ ਉਦੋਂ ਕਿ ਮੈਂ ਸਾਡੇ ਪ੍ਰਧਾਨ ਮੰਤਰੀ ਜੀ ਕੋਲ ਗਿਆ, ਉਦੋਂ ਰਾਜੀਵ ਜੀ ਸੀ ਪ੍ਰਧਾਨ ਮੰਤਰੀ ਐਂਡ ਉਹਨਾਂ ਨੇ ਸਾਨੂੰ ਪੈਪਸੀ ਕੋਲਾ ਦਾ ਪ੍ਰੋਜੈਕਟ ਦਿੱਤਾ ਜਿਹਦੇ ਵਿੱਚ ਪੈਪਸੀ ਕੋਲਾ ਹੁਣ ਕਰਦਾ ਸੀਗਾ ਪੀਟਸਾ ਹਟ ਨੂੰ ਐਂਡ ਪੀਟਸਾ ਹਟ ਦੀ ਕੰਜ਼ੰਪਸ਼ਨ ਐਨੂਅਲ ਬੇਸਿਸ ਤੇ ਵਾਸ ਓਵਰ 1 ਮਿਲੀਅਨ ਟਨ ਆਫ ਟਮਾਟੋ ਪੇਸਟ ਔਰ ਉਹ ਟਮਾਟੋ ਪੇਸਟ ਵਾਸਤੇ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ। ਹੁਸ਼ਿਆਰਪੁਰ ਮੇਰਾ ਖਿਆਲ ਪਲਾਂਟ ਲੱਗਿਆ ਸੀ ਐਂਡ ਵੀ ਵੈਂਟ ਔਨ ਉਹਦੇ ਸ਼ੁਰੂਆਤ ਕੀਤੀ। ਯੂਗੋਸਲਾਵ ਤੋਂ ਟੈਕਨੋਲੋਜੀ ਲਿਆਏ। ਇਟ ਵਾਸ ਅ ਡਿਫਰੈਂਟ ਟਾਈਪ ਆਫ ਟਮਾਟੋ ਜਿਹਦੇ ਨਾਲ 4 ਗੁਣਾ ਸਾਡੀ ਇਨਕਰੀਜ਼ ਹੋਈ ਫਸਲ ਦੀ ਐਂਡ ਕਿਸਾਨੀ ਦਾ ਵੀ ਫਾਇਦਾ ਹੋਇਆ ਐਂਡ ਡ੍ਰਿਪ ਇਰੀਗੇਸ਼ਨ ਇੱਕ ਪਾਸੇ ਉਹ ਸ਼ੁਰੂਆਤ ਹੀ ਹੋਈ ਸੀ ਪੰਜਾਬ ਤੋਂ ਅਸੀਂ ਸ਼ੁਰੂ ਕੀਤੀ। ਸੋ ਇਹ ਕੰਬੀਨੇਸ਼ਨ ਅਸੀਂ ਉਦੋਂ ਕੀਤੀ। ਵਾਈ ਬਿਕੋਜ਼ ਲੱਗਦਾ ਸੀ ਕਿ ਜੋ ਪੰਜਾਬ ਦੇ ਵਿੱਚ ਹੋ ਰਿਹਾ ਹੈ ਇਹ ਗੱਲਾਂ ਨੇ ਸਾਨੂੰ ਕਦੇ ਨਾ ਕਦੇ ਸਾਨੂੰ ਇਹਨੂੰ ਕਰਨਾ। ਵੀ ਕਮ ਟੂ ਅ ਪੁਆਇੰਟ ਨਾਓ ਕਿ ਅੱਜ ਹਾਲਾਤ ਇਹ ਹੋ ਰਹੇ ਨੇ ਕਿ ਦਿਨ ਪਰ ਦਿਨ ਜੋ ਵੀ ਤਾਕਤਾਂ ਸਾਡੇ ਕੋਲ ਸੀਆਂ ਉਹ ਖੋਈ ਜਾ ਰਹੀਆਂ। ਉਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਮੈਂ ਸ਼ੁਰੂ 'ਚ ਵੀ ਗੱਲ ਕਰਦੇ ਹੋਏ ਕਿਹਾ ਸੀ whether it is financial powers, fiscal powers, ਉਹ ਸਾਡੇ ਫੈਡਰਲ ਸਟਰਕਚਰ ਤੋਂ ਕੱਢ ਕੇ ਲੈ ਗਏ। whether it is now agriculture with ਹੁਣ ਸ਼ੁਰੂਆਤ ਹੋ ਰਹੀ ਹੈ, ਕੁਛ ਨਹੀਂ ਹੋਣਾ ਸਾਡੇ ਕੋਲ। thirdly look at GST ਅਸੀਂ ਗੱਲਬਾਤ ਜੋ ਅੰਡਰਸਟੈਂਡਿੰਗ ਹੋਈ ਸੀ ਕਿ ਹਰ ਮਹੀਨੇ ਦੀ ਅਖੀਰ ਦੇ ਵਿੱਚ GST ਦਾ ਚੈੱਕ ਸਟੇਟਾਂ ਕੋਲ ਪਹੁੰਚ ਜਾਣਾ। ਹੁਣ ਮੇਰੇ ਕੋਲ ਜਨਵਰੀ, ਫਰਵਰੀ, ਮਾਰਚ ਦਾ ਆ ਗਿਆ ਇਸ ਸਾਲ ਦਾ, ਅਪ੍ਰੈਲ, ਮਈ ਔਰ ਹੁਣ ਜੂਨ ਦਾ ਨਹੀਂ ਆਇਆ ਸਾਡੇ ਕੋਲ। ਹਾਊ ਟੂ ਇਹ ਸਟੇਟਾਂ ਚੱਲਦੀਆਂ ਕਿਸ ਨੇ? ਫੈਸਲੇ ਕੁਝ ਹੋਰ ਹੁੰਦੇ ਨੇ ਐਂਡ ਰਿਜ਼ਲਟ ਕੁਝ ਹੋਰ ਹੁੰਦੀ ਹੈ। ਸੇਮ ਇਜ਼ ਦ ਕੇਸ ਟੁਡੇ। ਅੱਜ ਤੁਸੀਂ ਇਹ ਗੱਲਾਂ ਕਰ ਰਹੇ ਹੋ ਅਬਾਊਟ ਕਿ ਇਹ ਜਿਹੜੇ ਆਰਡੀਨੈਂਸ ਆਏ ਆ ਥੀਸ ਆਰ ਅਸੀਂ ਗਾਰੰਟੀ ਕਰਦੇ। ਵਾਟ ਇਜ਼ ਦ ਗਾਰੰਟੀ? ਦੇयर इज नो ਗਾਰੰਟੀ। ਅੱਜ ਤੁਸੀਂ ਕੀ ਗਾਰੰਟੀ ਕਰੋਗੇ? ਕੱਲ ਨੂੰ ਕੀ ਕਰੋਗੇ? ਪਰਸੋਂ ਕੋਈ ਹੋਰ ਆ ਜਾਊਗਾ ਉਹ ਚੇਂਜ ਕਰ ਦੂਗਾ। देयर इज नो ਗਾਰੰਟੀ ਇਨ ਦਿਸ। ਇਟ ਇਜ਼ ਦ ਲਾਅ ਆਫ ਦ ਲੈਂਡ। ਇੱਕ ਵਾਰ ਤੁਹਾਡਾ ਆਰਡੀਨੈਂਸ will be converted into an act and it becomes a parliamentary act, that's over. ਕੀ ਕਰਾਂਗੇ ਉੱਪਰ ਜਾ ਕੇ? ਸਾਡੇ ਕੋਲ MPs ਕਿੰਨੇ ਨੇ? 13 MPs ਨੇ ਆਪਣੇ ਕੋਲ। ਆਪਾਂ ਬਦਲਾ ਲਾਂਗੇ ਪਾਰਲੀਮੈਂਟ 'ਚ। We can bring a new act and change the whole thing. ਪਰ ਪੰਜਾਬ ਪਲੀਜ਼ ਇਹ ਬੜੀ ਗੰਭੀਰਤਾ ਨਾਲ ਤੁਹਾਨੂੰ ਸੋਚਣਾ ਪਊ। ਜੋ ਇਹ ਆਰਡੀਨੈਂਸਸ ਆਏ ਨੇ ਬਹੁਤ ਹੀ ਡੇਂਜਰਸ ਨੇ। 70% ਆਫ ਪੰਜਾਬ ਇਜ਼ ਅੰਡਰ 7 acres of land, ਜਿਨ੍ਹਾਂ ਨੂੰ ਹੁਣ ਅਸੀਂ ਮੁਆਵਜ਼ਾ ਦਿੱਤਾ ਹੈ ਆਪਣਾ ਥੋੜਾ ਜਿੰਨਾ ਵੀ ਸਾਡੇ ਸੀ ਕੋਲ ਅਸੀਂ ਉਹਨਾਂ ਨੂੰ ਦਿੱਤਾ ਹੈ। ਇਹ 70% ਦੀ ਆਵਾਜ਼ ਨਹੀਂ ਕੁਛ। ਪੋਲੀਟੀਸ਼ੀਅਨਸ ਦੇ ਥਰੂ ਆਵਾਜ਼ ਹੈ, ਤੁਹਾਡੇ ਥਰੂ ਆਵਾਜ਼ ਹੈ, ਮੇਰੇ ਥਰੂ ਆਵਾਜ਼ ਹੈ। ਬਹੁਜਨ ਸਮਾਜ
बीजेपी CPI CPM ये आवाज़ है ਜਿਹੜੀ ਇਕੱਠੀ ਅਸੀਂ ਅੱਜ ਉਰੇ ਕਰ ਰਹੇ ਹਾਂ ਇਹ ਲੋਕਾਂ ਦੀ 70% ਆਫ ਪੰਜਾਬ ਦੀ ਆਵਾਜ਼ ਹੈ ਇੱਥੇ ਉਹ ਨਹੀਂ ਬੋਲ ਸਕਦੇ ਬੋਲਣਾ ਆਪਾਂ ਨੂੰ ਪਊਗਾ ਔਰ ਆਪਾਂ ਨੂੰ ਇਹ ਕਦਮ ਇਹ ਚੱਕਣੇ ਪੈਣਗੇ ਜਿਹੜੇ ਅਸੀਂ ਆਪਣੇ ਪੰਜਾਬ ਦਾ ਭਵਿੱਖ ਸੋਚ ਸਕੀਏ ਕੁਝ ਦਿਨਾਂ 'ਚ ਮੈਂ ਨਹੀਂ ਹੋਣਾ ਉਰੇ ਤੁਸੀਂ ਨਹੀਂ ਹੋਣਾ ਵਾਹਿਗੁਰੂ ਕਰੇ ਤੁਹਾਡੀ ਲੰਬੀ ਉਮਰ ਹੋਵੇ but ਅਸੀਂ we are all getting on in age I'm 78 now maybe another 5 years 6 years 7 years तो जो साढ़े को ਅਸੀਂ ਕਰ ਸਕਦੇ ਹਾਂ ਆਪਣੇ ਪੰਜਾਬ ਵਾਸਤੇ ਸਾਡੀ ਡਿਊਟੀ ਬਣਦੀ ਹੈ ਕਿ ਅਸੀਂ ਕਰੀਏ ਮੈਨੂੰ ਪਹਿਲੇ ਮਿਨਿਸਟਰ ਬਣੇ ਨੂੰ 35 ਸਾਲ ਹੋ ਗਏ ਨੇ ਆਈ ਬੀਨ ਵਾਚਿੰਗ ਦਿਸ ਗੇਮ ਬਿਫੋਰ ਦੈਟ ਉਸ ਤੋਂ ਪਹਿਲਾਂ ਮੈਂ ਮੈਂਬਰ ਪਾਰਲੀਮੈਂਟ ਸੀ 40 ਸਾਲ ਤੋਂ ਮੈਨੂੰ ਪੋਲਿਟਿਕਸ ਚ ਇਨ ਪਾਰਲੀਮੈਂਟਰੀ ਪੋਲਿਟਿਕਸ ਹੋ ਗਏ ਆਈ ਹੈਵ ਸੀਨ ਹਾਊ ਥਿੰਗਸ ਹੈਵ ਚੇਂਜਡ ਪ੍ਰੋਮਿਸਿਸ ਕੁਛ ਹੁੰਦੀਆਂ ਨੇ ਹੁੰਦਾ ਕੁਛ ਹੈ ਗਵਰਨਮੈਂਟਸ ਆਉਂਦੀਆਂ ਨੇ ਬਦਲ ਦਿੰਦੀਆਂ ਨੇ ਸਭ ਕੁਛ ਚੱਲਦਾ ਆ ਰਿਹਾ ਹੈ which is going to make a situation very critical ਜਿਹੜਾ ਮੈਂ 35 ਸਾਲ ਪਹਿਲਾਂ ਸੀ ਇਹ ਨਹੀਂ ਕਿ ਮੇਰੇ ਕੋਲ ਕੋਈ ਫੋਰਸਾਈਟ ਹੈ ਲੇਕਿਨ ਉਦੋਂ ਸਾਡਾ ਵਾਟਰ ਰਿਸੋਰਸਿਸ ਡਿਪਾਰਟਮੈਂਟ ਦਾ ਜਿਹੜਾ ਪ੍ਰੈਜੈਂਟੇਸ਼ਨਸ ਹੁੰਦੇ ਸੀ ਉਹ ਦੱਸਦੇ ਸੀ ਕਿ ਵੀ ਆਰ ਹੈਡਿੰਗ ਫॉर ਅ ਕ੍ਰਾਈਸਿਸ ਐਂਡ ਨਾਓ ਵੀ ਆਰ ਇਨ ਦ ਕ੍ਰਾਈਸਿਸ ਉਹ ਕ੍ਰਾਈਸਿਸ ਫਸੇ ਹੁੰਦੇ ਸੀ ਵੇਅਰ ਆਰ ਵੀ ਗੋਇੰਗ ਟੂ ਗੋ ਫਰਮ ਹੇਅਰ ਅਗਰ ਨਦੀਆਂ ਦਾ ਪਾਣੀ ਹੁਣ ਮੁੱਕ ਜੇ ਵਿਦ ਦਿਸ ਗਲੋਬਲ ਵਾਰਮਿੰਗ ਅਗਰ ਤੁਹਾਡੇ ਕੋਲ ਥੱਲੇ ਦਾ ਪਾਣੀ ਰਵੇ ਨਹੀਂ ਫਿਰ ਜਾਊਗਾ ਕਿੱਥੇ ਪੰਜਾਬ ਸਾਡਾ So all these things have to be valued now. Is agriculture our subject or central subject? Question is coming to this. मैं जानना, we have to also look at this. कि इस ਜਿਹੜੀ ਅੱਜ ਦੀ ਮੀਟਿੰਗ ਹੈ ਮੈਨੂੰ ਬਹੁਤ ਕਿਸਾਨ ਯੂਨੀਅਨਸ ਦੇ ਮੈਸੇजेस ਆਏ ਦੇ ਸ਼ਾਮਲ ਹੋਣਾ ਚਾਹੁੰਦੇ ਸੀ but I kept this political only. ਔਰ ਮੈਂ ਅੱਗੇ ਨੂੰ ਉਹਨਾਂ ਨੂੰ ਵੀ ਬੁਲਾਵਾਂਗਾ in another meeting. I would like to hear the ਕਿਸਾਨ ਉਹ ਵੀ ਬੜੇ ਪੀੜਤ ਨੇ ਸੀ ਉਹ ਵੀ ਬੜੇ ਔਖੇ ਨੇ ਉਹ ਵੀ ਸਮਝਦੇ ਨੇ ਕਿ ਪਤਾ ਨਹੀਂ ਕੀ ਹੋ ਰਿਹਾ ਐਸਾ ਬਿਲਕੁਲ ਤਬਾਹੀ ਆ ਜਾਣੀ ਹੈ ਪੰਜਾਬ ਆਖਿਰਕਾਰ ਹਰ ਬੰਦਾ ਸੋਚਦਾ ਹੈ ਔਰ ਇਹ ਯੂਨੀਅਨ ਦੇ ਜਿਹੜੇ ਪ੍ਰਧਾਨ ਨੇ ਉਹ ਨੈਚੁਰਲੀ ਆਪਣੇ ਆંકੜੇ ਦੇਖਦੇ ਨੇ ਔਰ ਹੋਰ ਚੀਜ਼ਾਂ ਦੇਖਦੇ ਨੇ ਉਹ ਇਸ ਮੀਟਿੰਗ ਦਾ ਹਿੱਸਾ ਬਣਨਾ ਚਾਹੁੰਦੇ ਸੀ ਬਟ ਆਈ ਥਾਟ ਫਿਰ ਇਹ ਹੋ ਨਹੀਂ ਸਕਣਾ ਬਹੁਤ ਜ਼ਿਆਦਾ ਲੰਬਾ ਚੱਲੂਗਾ ਸੋ ਮੈਂ ਯੂਨੀਅਨਸ ਨੂੰ ਬੁਲਾ ਕੇ ਉਹਨਾਂ ਨਾਲ ਵੀ ਗੱਲ ਕਰੂੰਗਾ ਹੁਣ ਇਸ ਵੈਰੀ ਇਸ਼ੂ ਉਹਨਾਂ ਦੀ ਵਿਊਜ਼ ਵੀ ਲਈ ਹੈ ਉਹ ਜਥੇਬੰਦੀਆਂ ਦੇ ਮੁਖੀ ਨੇ ਜਿਹੜੇ ਆਪਣੀ ਆਵਾਜ਼ ਉਠਾਉਣਾ ਚਾਹੁੰਦੇ ਨੇ So I will see that. लेकिन ਇਹ ਜਿਹੜੇ ਐਕਟ ਇਹ ਤੁਹਾਡੇ ਜਿਹੜੇ ਆਰਡੀਨੈਂਸਸ ਪਾਸ ਕੀਤੇ ਨੇ ਇਹਨਾਂ ਦਾ ਫਿਊਚਰ ਆਪਾਂ ਨੂੰ ਦੇਖਣਾ ਪਊ what is that future which is going to be now ਤੁਸੀਂ ਕਹਿ ਰਹੇ ਹੋ ਇੱਥੇ ਸੁਖਬੀਰ ਜੀ ਨੇ ਕਿਹਾ ਕਿ this should ਇਹਦੇ ਕੁਝ ਹੋਣਾ ਨਹੀਂ ਅਸੀਂ ਦੇਖ ਲਾਂਗੇ I want to know one thing firstly agriculture is a state subject or not? ਇਹਨਾਂ ਨੂੰ ਆਪਾਂ ਨੂੰ ਸੋਚਣਾ ਚਾਹੀਦਾ should it be given maintained by the state or agriculture ਦੇ ਜਿਹੜੇ ਫੈਸਲੇ ਨੇ ਸੈਂਟਰ ਚ this is a decision of this is what I would like to know who should decide about the agriculture ਕਿਸਾਨ state ਜਾਂ center ਜੋ ਸਾਡੇ ਹੁਣ ਦੇਖੋ ਸਾਡਾ एग्रीकल्चर इज वेरी डिफरेंट टू एग्रीकल्चर जो असम ਦੇ ਵਿੱਚ ਹੁੰਦਾ ਹੈ ਜਾਂ ਮਦਰਾਸ ਦੇ ਵਿੱਚ ਤਮਿਲਨਾਡੂ ਚ ਹੁੰਦਾ ਹੈ ਜਾਂ ਕਿਤੇ ਹੋਰ ਹੁੰਦਾ ਹੈ ਕੋਈ ਕੁਝ ਫਸਲ ਹੁੰਦੀ ਹੈ ਕੋਈ ਕੁਝ ਫਸਲ ਹੁੰਦੀ ਹੈ ਆਪਣੀ ਕੁਝ ਹੋਰ ਫਸਲ ਹੈ ਆਪਣਾ ਕੋਈ ਢੰਗ ਕਰਨ ਦਾ ਕਈ ਤਰੀਕੇ ਕਰਨ ਦਾ ਹੋਰ ਢੰਗ ਹੈ ਆਪਣੇ ਸੋ ਇਹ ਚੀਜ਼ਾਂ ਦੇਖਣੀਆਂ ਪੈਣਗੀਆਂ ਫਿਰ ਮਾਰਕੀਟ ਅੱਜ ਤੁਹਾਨੂੰ ਸਾਡੇ ਪ੍ਰਧਾਨ ਸਾਹਿਬ ਨੇ ਸੁਨੀਲ ਜਾਖੜ ਜੀ ਨੇ ਦਿਖਾਇਆ ਹੁਸ਼ਿਆਰਪੁਰ ਦੀ ਮੰਡੀ ਚ 600 ਰੁਪਏ ਕੁਇੰਟਲ ਜਾ ਰਹੀ ਹੈ ਤੁਹਾਡੀ ਮੱਕੀ वो हाउ डज दिस फंक्शन कैसे आप फंक्शन करांगे अगर आप इस गल नूं आप चेंजेस नहीं करांगे वी वांट टू सी ਜਿਹੜੀ ਹੁਣ ਤੁਸੀਂ ਕਹਿ ਰਹੇ ਹੋ ਕਿ ਇਹ ਜਿਹੜੇ ਆਰਡੀਨੈਂਸ ਨੇ ਦੇ ਵਿਲ ਨਾਟ ਇਫੈਕਟ MSP ਤੁਹਾਨੂੰ ਪਤਾ ਹੈ ਕਿ ਸ਼ਾਂਤਾ ਕੁਮਾਰ ਰਿਪੋਰਟ ਜਿਹੜੀ ਸ਼ਾਂਤਾ ਕੁਮਾਰ ਜੀ ਦੀ ਰਿਪੋਰਟ ਹੈ which recommended gradual withdrawal of MSP and dismantling of FCI कि MSP ਨੂੰ gradually reduce ਕਰੋ ਖਤਮ ਕਰੋ and FCI ਨੂੰ ਚੱਕੀ ਦਿਓ ਖਤਮ ਕਰ ਦਿਓ FCI ਨੂੰ this is Shanta Kumar ji's report which forms the basis of these ordinances which is coming now today they may not say ਅੱਜ ਨਾ ਕਹਿਣ ਬੇਸ਼ੱਕ ਕਿ ਥੋੜਾ MSP ਕੱਟਿਆ ਜਾਊਗਾ but we are heading in that direction ਉਸੇ ਰੁਖ 'ਚ ਚਲੇ ਹੋਏ हैं and we will be eventually finding this position down दिन पर दिन थोड़ा थले जाऊगा look at आप ਤੁਸੀਂ ਕਿਹਾ ਮੈਨੂੰ ਕਿ ਤੁਹਾਨੂੰ ਐਗਰੀਕਲਚਰ ਮਿਨਿਸਟਰ ਨੇ ਕਿਹਾ ਕਿ 3 ਸਾਲ ਦੇ ਸਾਡੇ ਕੋਲ ਚੌਲ ਪਏ ਨੇ
तो 3 साल ਦੇ ਚੌੜ ਅਗਰ ਪਏ ਨੇ तो they suddenly feel ਕਿ ਨਹੀਂ ਲੋੜ ਸਾਨੂੰ ਔਰ ਮੈਨੂੰ ਆਪ ਪੁੱਛੋ ਆ ਹੁਣ ਇਹ ਵਾਢੀ ਤੋਂ ਪਹਿਲਾਂ ਸਾਡੇ ਗੋਡਾਊਨ ਟੋਟਲ ਭਰੇ ਹੋਏ ਸੀ ਮੈਨੂੰ ਜਾ ਕੇ ਉੱਥੇ ਲੜਨਾ ਪਿਆ ਦਿੱਲੀ ਦੇ ਵਿੱਚ ਕਿ ਚੱਕੋ ਪਾਸਵਾਨ ਨੂੰ ਮੈਂ ਕਿਹਾ ਔਰ ਥੋੜੇ ਐਗਰੀਕਲਚਰ ਮਿਨਿਸਟਰ ਨੂੰ ਕਿਹਾ ਪ੍ਰਾਈਮ ਮਿਨਿਸਟਰ ਨੂੰ ਚਿੱਠੀਆਂ ਲਿਖੀਆਂ ਕਿ ਮੇਰੇ ਕੋਲ ਮੈਂ ਰੱਖੂੰਗਾ ਕਿੱਥੇ ਇਸ ਨੂੰ ਚੱਕੋ ਫਿਰ ਅਖੀਰਲੇ ਦਿਨਾਂ 'ਚ ਇਹਨਾਂ ਨੇ ਚੱਕ ਕੇ ਕੁਝ ਭੇਜਤੇ ਬਾਕੀ ਸਾਨੂੰ ਕੱਚੇ ਕੁੱਚੇ ਬਣਾਉਣੇ ਪਏ ਤਰਪਾਲਾਂ ਪਾਉਣੀਆਂ ਪਈਆਂ ਉੱਪਰ ਸੋ ਦਿਸ ਕ੍ਰਾਈਸਿਸ ਆਫ ਪਲੈਂਟੀ ਜੋ ਉਹ ਸਮਝਦੇ ਨੇ ਲੇਕਿਨ ਸਾਡੇ ਵਾਸਤੇ ਤਾਂ ਸਾਡਾ ਭਵਿੱਖ ਹੈ ਹੋਰ ਸਾਡੇ ਕੋਲ ਪੰਜਾਬ ਕੋਲ ਕੀ ਹੈ ਦੱਸੋ ਮੈਨੂੰ ਹਾਊ ਮਚ ਇਜ਼ ਦਾ ਇੰਡਸਟਰੀਅਲ ਪ੍ਰੋਡਕਸ਼ਨ 'ਚ ਆਪਾਂ ਕੀ ਕਰ ਸਕਦੇ ਹਾਂ ਟੁਡੇ ਆਈ ਹੈਵ 252,000 ਯੂਨਿਟਸ ਇਨ ਪੰਜਾਬ ਤੁਹਾਨੂੰ ਪਤਾ ਹੋਣਾ ਇੰਡਸਟਰੀਅਲ ਯੂਨਿਟਸ ਉਹਨਾਂ ਦੇ ਵਿੱਚੋਂ ਸਾਡੇ ਇਸ ਵੇਲੇ 2,32,000 ਚੱਲ ਰਹੇ ਨੇ ਆਫਟਰ ਦਿਸ ਕੋਵਿਡ ਬਿਜ਼ਨਸ ਔਰ ਉਹ ਵੀ 40% ਕਪੈਸਿਟੀ ਤੇ ਅਗਰ ਉਹ ਨਹੀਂ ਹੁੰਦਾ ਕੱਲੀ ਚੀਜ਼ ਜਿਹੜੀ ਐਤਕੀ ਬਚਾਈ ਆ ਜਿਹੜੇ 127 ਲੱਖ ਟਨ ਅਸੀਂ ਲੋਕਾਂ ਦੇ ਕੋਲ ਇੱਥੇ ਜਿਹੜੀ ਫਸਲ ਹੈ ਉਹਨਾਂ ਦੀ ਆਈ ਉਹਨਾਂ ਦੀ ਹਿੰਮਤ ਨਾਲ ਉਹਨਾਂ ਦੇ ਜੇਬਾਂ ਦੇ ਵਿੱਚ 26,000 ਕਰੋੜ ਉਹਨਾਂ ਦੀ ਜੇਬਾਂ ਦੇ ਵਿੱਚ ਗਿਆ ਹੈ ਜਿਹੜਾ ਕੰਜ਼ਿਊਮਰ ਇੰਡਸਟਰੀ ਨੂੰ ਰੱਖੇਗਾ ਐਂਡ ਕੁਝ ਚੱਲੇਗਾ ਬਟ ਇੰਡਸਟਰੀ ਵਰਕ ਤੋਂ ਨਹੀਂ ਕੁਛ ਆ ਰਿਹਾ ਇੰਡਸਟਰੀ ਦਾ ਵਿਚਾਰੀ 40% ਤੇ ਚੱਲ ਰਿਹਾ ਇਟ ਵਿਲ ਬੀ ਮੈਨੀ ਇਅਰਸ ਬਿਫੋਰ ਦੇ ਕੈਚ ਅਪ ਐਂਡ ਪਤਾ ਨਹੀਂ ਕਈਆਂ ਦੀ ਐਕਸਪੋਰਟ ਸਿਚੁਏਸ਼ਨ ਹੈ ਉੱਥੇ ਬਾਹਰ ਅਮਰੀਕਾ 'ਚ ਕੀ ਹੋ ਰਿਹਾ ਯੂਰਪ 'ਚ ਕੀ ਹੋ ਰਿਹਾ ਕਿੱਧਰ ਜਾਣਗੇ ਉਹ ਖਰੀਦਣਗੇ ਵੀ ਜਾਂ ਨਹੀਂ ਖਰੀਦਣਗੇ ਸੋ ਸਾਨੂੰ ਤਾਂ ਜਾਗਰਤ ਰੱਖਣ ਵਾਲਾ ਵੀ ਔਰ ਸਾਨੂੰ ਸਾਡਾ ਭਵਿੱਖ ਬਣਾਉਣ ਵਾਸਤੇ ਵੀ ਇਟ ਇਜ਼ ਐਗਰੀਕਲਚਰ ਔਰ ਐਗਰੀਕਲਚਰ ਮੀਨਸ ਐਗਰੀਕਲਚਰ ਦਾ ਪ੍ਰਾਈਸ ਮੇਨਟੇਨ ਕਰਨਾ ਵੈਰੀ ਇੰਪੋਰਟੈਂਟ ਇਹਦੇ ਨਵੀਂ ਫਸਲਾਂ ਯੈਸ ਨਵੀਂ ਫਸਲ ਜਿਹਦੇ ਨਾਲ ਆਮਦਨ ਹੋਰ ਵੱਧ ਸਕੇ ਕਿਉਂਕਿ ਨੈਚੁਰਲੀ ਅਗਰ ਉਹਨਾਂ ਦੀ ਝਾੜ ਜ਼ਿਆਦਾ ਹੋਊਗਾ ਤਾਂ ਨੈਚੁਰਲੀ ਉਹਨਾਂ ਦੀ ਆਮਦਨ ਵੀ ਜ਼ਿਆਦਾ ਹੋਊਗੀ ਬਟ ਇਵੈਂਚੁਅਲੀ ਇਟ ਕਮਸ ਡਾਊਨ ਟੂ MSP ਐਂਡ ਦ ਪ੍ਰੋਕਿਊਰਮੈਂਟ ਸਿਸਟਮ ਸਾਡਾ ਪ੍ਰੋਕਿਊਰਮੈਂਟ ਸਿਸਟਮ ਬੜਾ ਵਧੀਆ ਸਾਡੇ ਕੋਲ ਸਾਡੇ ਆਪਣੇ ਆੜਤੀਆਂ ਦੀ ਸਿਸਟਮ ਹੈ ਆੜਤ ਸੇ ਬੜੇ ਕੋਸ਼ਿਸ਼ ਕਰ ਰਹੀ ਹੈ ਗਵਰਨਮੈਂਟ ਕਿ ਉਹ ਖਤਮ ਕੀਤਾ ਜਾਵੇ ਲੇਕਿਨ ਆੜਤੀਆਂ ਨਾਲ ਸਾਡੇ ਕਿਸਾਨਾਂ ਦਾ ਇੱਕ ਰਿਸ਼ਤਾ ਹੈ ਔਰ ਬੜੀ ਦੇਰ ਤੋਂ ਚੱਲ ਰਿਹਾ ਹੈ ਰਾਤ ਨੂੰ ਅਗਰ ਮੈਂ ਛੋਟਾ ਕਿਸਾਨ ਹੈ ਔਰ ਮੇਰੇ ਕੋਈ ਬਿਮਾਰ ਹੋ ਜਾਏ ਘਰ 'ਚ ਆਈ ਗੋ ਟੂ ਦੀ ਆੜਤੀਆ ਟੇਕ ਦ ਮਨੀ ਐਂਡ ਗੋ ਟੂ ਦੀ ਹਸਪੀਟਲ ਇਹ ਸਿਸਟਮ ਚੱਲਦਾ ਹੈ ਸਾਡਾ ਲੇਕਿਨ ਇਹ ਉਸ ਨੂੰ ਵੀ ਡਿਸਮੈਂਟਲ ਕਰਨਾ ਚਾਹੁੰਦੇ ਨੇ ਮੰਡੀ ਬੋਰਡ ਨਾ ਹੋਵੇਗੀ ਤਾਂ ਥੋੜੀ ਮੈਨੂੰ ਦੱਸੋ ਕਿ ਆਪਣੇ ਲਿੰਕ ਰੋਡ ਕੈਸੇ ਆਪਾਂ ਮੇਨਟੇਨ ਕਰਾਂਗੇ ਪਿੰਡਾਂ ਦੀ ਡਿਵੈਲਪਮੈਂਟ ਕੈਸੇ ਆਪਾਂ ਮੇਨਟੇਨ ਕਰਾਂਗੇ ਪਿੰਡਾਂ ਫਿਰਨੀ ਵੀ ਹੋਣੀ ਹੈ ਉਹਨਾਂ ਦੀ ਇੰਟਰਨਲ ਡਿਵੈਲਪਮੈਂਟ ਹੋਣੀ ਹੈ ਵੇਅਰ ਡਜ਼ ਦੈਟ ਕਮ ਫਰੋਮ therefore ਇਹ ਇਸ਼ੂ ਇਹ ਸਿਰਫ ਮੇਰਾ ਤੁਹਾਡਾ ਨਹੀਂ ਹੈ this is the issue of whole of ਪੰਜਾਬ ਸਾਡੇ ਸਾਰੇ ਪੰਜਾਬ ਦੇ ਭਵਿੱਖ ਦਾ ਇਸ ਕਰਕੇ I think we should understand it the situation the crux of the matter ਹੁਣ ਇਹ ਹੈ ਕਿ ordinance ਰਹਿਣੇ ਚਾਹੀਦੇ ਨੇ ਜਾਂ ਨਹੀਂ ਅਗਰ ਤੁਸੀਂ ਆਰਡੀਨੈਂਸ ਦੇ ਹੱਕ ਚੋਂ ਬਾਈ ਆਲ ਮੀਨਸ ਐਵਰੀਵਨ ਹੈਜ਼ ਰਾਈਟ ਪੋਲੀਟੀਕਲ ਰਾਈਟ ਹੁੰਦਾ ਮੈਂ ਆਰਡੀਨੈਂਸ ਦੇ ਹੱਕ 'ਚ ਨਹੀਂ ਮੈਂ ਕਈਆਂ ਦੀ ਗੱਲ ਚੀਜ਼ में ਮੇਰੀ ਪਾਰਟੀ ਚਾਹੁੰਦੀ ਸੀ ਪਿਛਲੇ ਗਵਰਨਮੈਂਟ ਦੇ ਵਿੱਚ ਕਿ ਵੀ ਸ਼ੁੱਡ ਹੈਵ ਐਕਟ ਫॉर ਵਾਟਰ ਆਲ ਇੰਡੀਆ ਐਕਟ ਫॉर ਵਾਟਰ ਔਰ ਪਾਣੀ ਦੀ ਵੰਡ ਹੋਣੀ ਚਾਹੀਦੀ ਹੈ ਆਈ ਡਿਸਐਗਰੀ ਪਰ ਮੈਨੂੰ ਪਤਾ ਸੀ ਪੰਜਾਬ ਦੇ ਵਿੱਚ ਕੀ ਹੈ ਔਰ ਮੈਂ ਐਕਟ ਲਿਆਇਆ ਅਸੈਂਬਲੀ ਦੇ ਵਿੱਚ ਲਿਆ ਕੇ ਅਸੀਂ ਬਿੱਲ ਪਾਸ ਕਰਤਾ ਮੈਨੂੰ ਝਾੜ ਪਈ ਮੈਨੂੰ ਪ੍ਰਾਈਮ ਮਿਨਿਸਟਰ ਨੇ ਖਿੱਚਿਆ ਮੈਨੂੰ ਮੇਰੇ ਕਾਂਗਰਸ ਪ੍ਰੈਜ਼ੀਡੈਂਟ ਨੇ ਖਿੱਚਿਆ ਆਈ ਥਾਟ ਆਈ ਵੁੱਡ ਲੂਜ਼ ਮਾਈ ਜੌਬ ਫਾਈਨ ਆਈ ਡਿਡ ਇਟ ਮਾਈ ਕੌਂਸ਼ੀਅੰਸ ਸੈਡ ਸੋ ਐਂਡ ਮੈਂ ਆਪਣੇ ਪੰਜਾਬ ਵਾਸਤੇ ਕੀਤਾ ਜੋ ਕੀਤਾ ਅਗਰ ਮੈਨੂੰ ਮੇਰੀ ਲੈਂਦੇ ਨੇ ਨੌਕਰੀ ਲੈ ਲੈਣ ਦਿਸ ਇਜ਼ ਵਾਟ ਮਾਈ ਫੀਲਿੰਗ ਵਾਜ਼ ਐਂਡ ਦੈਟ ਸ਼ੁੱਡ ਬੀ ਯੋਰ ਫੀਲਿੰਗ ਮੈਂ ਜਾਣਦਾ ਤੁਹਾਡੀ ਉਹਨਾਂ ਦੇ ਨਾਲ ਥੋੜਾ ਆਪਸੀ ਸਾਂਝ ਹੈ ਯੂ ਆਰ ਪਾਰਟ ਆਫ ਦੀ ਬੀਜੇਪੀ ਸਿਸਟਮ ਇਨ ਦ ਸੈਂਟਰ ਲੇਕਿਨ ਤੁਹਾਡੀ ਆਪਣੀ ਕੌਂਸ਼ੀਅੰਸ ਨਾਲ ਤੁਸੀਂ ਫੈਸਲਾ ਕਰੋ ਯੂ ਮਸਟ ਡਿਸਕਸ ਸੋਚੋ ਕਿ ਤੁਹਾਡਾ ਫਿਊਚਰ ਪੰਜਾਬ ਦੇ ਨਾਲ ਹੈ ਜਾਂ ਦਿੱਲੀ ਵਾਲਿਆਂ ਦੇ ਨਾਲ ਹੈ ਉਹਨਾਂ ਨੂੰ ਕੀ they don't care they go ahead with what they think they are not an agricultural state they are not ਅਸੀਂ agricultural state ਹੈ and I would request you this is a matter that goes beyond your and my political beliefs ਤੁਹਾਡੀ ਪੋਲੀਟੀਕਲ ਬਲੀਫ ਹੋ ਸਕਦੀ ਹੈ BSP ਦੀ ਆਪਣੀ ਹੋ ਸਕਦੀ ਹੈ ਕਮਿਊਨਿਸਟ ਮਾਰਕਸਿਸਟ ਦੀ CPI ਦੀ ਕਾਂਗਰਸ ਪਾਰਟੀ ਦੀ ਸਾਰੀਆਂ ਵੱਖਰੀਆਂ ਹੋ ਸਕਦੀਆਂ ਨੇ ਬਟ ਫੰਡਾਮੈਂਟਲੀ ਆਪਾਂ ਸਾਰੇ ਪੰਜਾਬ ਦੇ ਰਹਿਣ ਵਾਲੇ ਪੰਜਾਬ ਦਾ ਭਵਿੱਖ ਸਾਡਾ ਆਈ ਡੋਂਟ ਵਾਂਟ ਟੂ ਰਿਪੀਟ ਦਿਸ ਟਾਈਮ ਐਂਡ ਅਗੇਨ ਸੋ ਅੱਜ ਫੈਸਲੇ ਇਹ ਨੇ ਕਿ we have got these 3 ordinances here Farmers Produce Trade and Commerce Promotion and Facilitation Ordinance 2020
Number 2, the Farmers Empowerment and Protection Agreement on Price Assurance and Farm Services Ordinance 2020, and thirdly, the Essential Commodities Amendment Ordinance 2020. ਹੁਣ ਇਹ ਆਰਡੀਨੈਂਸ ਰਹਿਣੇ ਚਾਹੀਦੇ ਨੇ ਨਹੀਂ ਜਾਂ ਨਹੀਂ? ਇਹ ਆਰਡੀਨੈਂਸ ਅਗਰ ਆਪਾਂ ਪਾਸ ਹੁਣ ਤਾਂ ਉਹਨਾਂ ਨੇ ਬਣਾ ਹੀ ਦਿੱਤੇ, ਇਹਨਾਂ ਨੇ ਆ ਜਾਣਾ ਹੈ ਪਾਰਲੀਮੈਂਟ ਦੇ ਵਿੱਚ, ਇਹਨਾਂ ਨੇ ਬਿੱਲ ਬਣਾ ਕੇ ਲਿਆਉਣਾ ਹੈ, ਐਕਟ ਪਾਸ ਕਰਕੇ ਖਤਮ ਕਰ ਦੇਣਾ ਹੈ। ਪੰਜਾਬ ਕਿੱਥੇ ਖੜਾ ਹੈ ਇਹਦੇ ਵਿੱਚ? I can tell you where I stand. Whatever the thinking else is, ਮੈਂ ਆਪਣੇ ਪੰਜਾਬ ਨਾਲ ਖੜੂੰਗਾ, ਮੈਂ ਆਪਣੇ ਪੰਜਾਬ ਦੇ ਲੋਕਾਂ ਨਾਲ, ਪੰਜਾਬ ਦੀ ਕਿਸਾਨੀ ਨਾਲ, ਪੰਜਾਬ ਦੇ ਗਰੀਬਾਂ ਨਾਲ ਖੜੂੰਗਾ। That is my own conscience. As it was in 2000 and ਜਦ ਅਸੀਂ ਬਿੱਲ ਪਾਸ ਕੀਤਾ ਸੀ, ਉਦੋਂ ਅਸੀਂ ਇੱਕ ਕਦਮ ਚੱਕਿਆ, ਤੁਸੀਂ ਮੈਨੂੰ ਮੇਰਾ ਸਾਥ ਦਿੱਤਾ ਜੋ ਅਸੈਂਬਲੀ ਦੇ ਵਿੱਚ ਉਦੋਂ ਸੇ, and we all went unanimously it ਹੋਇਆ ਸੀਗਾ। and ਮੈਂ ਅੱਜ ਵੀ ਉਸੇ ਸਪਿਰਿਟ ਦੇ ਵਿੱਚ ਆਪਣੇ ਸੂਬੇ ਨਾਲ ਖੜੂੰਗਾ ਔਰ ਆਪਣੇ ਕਿਸਾਨੀ ਨਾਲ ਖੜੂੰਗਾ। ਐਂਡ ਆਈ ਹੋਪ ਕਿ ਤੁਸੀਂ ਵੀ ਸਾਡਾ ਲੈਟ ਅਸ ਮੇਕ ਇਟ ਅ ਯੂਨਾਨਿਮਸ ਰੈਜ਼ੋਲੂਸ਼ਨ, ਜਿਹੜਾ ਤੁਸੀਂ ਅੱਜ ਸਾਰੀਆਂ ਪਾਰਟੀਆਂ ਨੇ ਕਿਹਾ ਕਿ ਇੱਕ ਮਤਾ ਪਾਉਣਾ ਚਾਹੁੰਦਾ ਹੈ। ਆਈ ਵੁੱਡ ਲਾਈਕ ਟੂ ਨਾਓ ਲੀਵ ਇਟ ਟੂ ਦੀ ਜਿਹੜੀ ਆਪਣੀ ਡਿਸਕਸ਼ਨ ਚੋਂ ਨਿਕਲੀ ਹੈ। ਆਈ ਥਿੰਕ ਚੀਫ ਸੈਕਟਰੀ ਸਾਹਿਬ ਸਾਨੂੰ ਸੁਣਾ ਦੇਣਗੇ ਕਿ ਕੀ ਮਤਾ ਇਹਨਾਂ ਨੇ ਲਿਖਿਆ ਬੇਸਡ ਔਨ ਆਰ ਡਿਸਕਸ਼ਨਸ, ਔਰ ਫਿਰ ਉਹ ਤੁਸੀਂ ਫੈਸਲਾ ਕਰ ਸਕਦੇ ਹੋ whether you agree with it or you don't agree with it। ਤੁਸੀਂ dissent ਵੀ ਕਰ ਸਕਦੇ ਹੋ, ਤੁਸੀਂ accept ਵੀ ਕਰ ਸਕਦੇ ਹੋ। That is entirely your decision।